ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਥ ਤ੍ਰਿਤੀਯ ਵਿਸਰਾਮ ਲਿਖਿਆ ਤੇ ਅਥ ਗਿਆਨ ਭੂਮਿਕਾ ਵਰਣਨੰ ਸਿੱਖਿਓ ਵਾਚ ਦੋਹਰਾ ਭੋ ਭਗਵਾਨ ਗੁਣ ਸਾਧ ਕੀ ਮੈਂ ਜਾਣੇ ਨਿਰਧਾਰ ਨਿਰਪੇਖ ਕੋ ਸੰਕਲਪ ਗਾਤ ਹੈ ਸੁਖ ਸਿੰਧ ਅਪਾਰ ਭੋ ਭਗਵਾਨ ਗੁਣ ਸਾਧ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਥ ਤ੍ਰਿਤੀਯ ਵਿਸਰਾਮ ਲਿਖਿਆ ਤੇ ਪੰਡਤ ਸੰਤ ਕਵੀ ਅਨਾਥਪੁਰੀ ਜੀ ਹੁਣ ਅਥ ਕਹੀਏ ਹੁਣ ਤ੍ਰਿਤੀਯ ਤੀਸਰਾ ਜਿਹੜਾ ਵਿਸਰਾਮ ਅਧਿਆਏ ਆ ਉਹ ਲਿਖਦੇ ਆ, ਜਿਹਦੇ ਵਿੱਚ ਅਥ ਗਿਆਨ ਭੂਮਿਕਾ ਵਰਣਨੰ, ਜਿਹਦੇ ਵਿੱਚ ਗਿਆਨ ਦੀ ਭੂਮਿਕਾ ਦਾ ਵਰਣਨ ਕਰਨਗੇ। ਜਿਹਨੇ 7 ਗਿਆਨ ਦੀ ਭੂਮਿਕਾ ਨਾ ਉਹਦਾ ਦਾ ਕਥਨ ਕਰਨਗੇ। ਅਥ ਤ੍ਰਿਤੀਯ ਵਿਸਰਾਮ ਲਿਖਿਆ ਤੇ ਫਿਰ ਪੜ੍ਹਨਾ ਅਥ ਗਿਆਨ ਭੂਮਿਕਾ ਵਰਣਨੰ ਤੇ ਸਿੱਖਿਓ ਵਾਚ। ਸੇ ਸਿਆਰੀ ਕੱਕੇ ਸਿਆਰੀ ਯੇ ਅੱਧਾ ਉਹਨੂੰ ਔਂਕੜ ਤੇ ਬਣੂਗਾ ਸਿੱਖਿਓ ਵਾਚ, ਭਾਵ ਸਿੱਖ ਉਹ ਵਾਚ। ਅਥ ਗਿਆਨ ਭੂਮਿਕਾ ਵਰਣਨ। ਅਥ ਹੁਣ ਪੰਡਤ ਅਨਾਥਪੁਰੀ ਜੀ ਜਿਹੜੀਆਂ ਗਿਆਨ ਦੀਆਂ 7 ਭੂਮਿਕਾ ਪੌੜੀਆਂ ਭੂਮਿਕਾ ਕਹੀਏ ਪੌੜੀਆਂ ਜਾਂ ਮੰਜ਼ਲਾਂ ਵਰਣਨ ਉਹ ਕਥਨ ਕਰਨਗੇ, ਜਿਸ ਕਰਕੇ ਤੀਜਾ ਤ੍ਰਿਤੀਯ ਵਿਸਰਾਮ ਲਿਖਿਆ ਤੇ ਵਿਚਾਰ ਮਾਲਾ ਗ੍ਰੰਥ ਦਾ ਤ੍ਰਿਤੀਯ ਕਹੀਏ ਤੀਸਰਾ ਵਿਸਰਾਮ ਕਹੀਏ ਅਧਿਆਏ ਲਿਖਿਆ ਤਾਂ ਲਿਖਦੇ ਹਾਂ। ਹੁਣ ਕਹਿੰਦੇ ਵੀ ਚਾਰ ਮਾਲਾ ਗ੍ਰੰਥ ਦਾ ਤੀਸਰਾ ਅਧਿਆਇ ਲਿਖਦੇ ਹਾਂ, ਜਿਹਦੇ ਵਿੱਚ ਗਿਆਨ ਦੀਆਂ 7 ਭੂਮਿਕਾ ਕਥਨ ਕਰਾਂਗੇ। ਪਾਠ ਸਮਝ ਲੈਣਾ। ਸ਼ੁੱਧ ਪਾਠ। ਅਥ ਤ੍ਰਿਤੀਯ ਵਿਸਰਾਮ ਲਿਖਿਆ ਤੇ ਠੀਕ ਹੈ। ਬਾਕੀ ਗਿਆਨ ਦੀਆਂ ਭੂਮਿਕਾ ਹੋਣਾ ਕਰਕੇ ਫਿਰ ਵਿਦਵਾਨ ਜਾਨੇ ਵੀ ਲਿਖਦੇ ਆ ਵੀ ਅਥ ਗਿਆਨ ਭੂਮਿਕਾ ਵਰਣਨ, ਇਹਦਾ ਅਰਥ ਹੀ ਹੋ ਗਿਆ। ਤੇ ਸਿੱਖਿਓ ਵਾਚ, ਸਿੱਖ ਗੁਰੂ ਦੇ ਸਨਮੁਖ ਆਪਣੀ ਬੇਨਤੀ ਆਵਾਜ਼ ਕਹੀਏ ਕਥਨ ਕਰਦਾ ਹੈ। ਸਿੱਖਿਓ ਵਾਚ ਵੀ ਸਿੱਖ ਗੁਰੂ ਦੇ ਸਨਮੁਖ ਹੋ ਕੇ ਨਾ, ਗੁਰੂ ਦੇ ਸਨਮੁਖ ਹੀ ਹੋਊਗਾ ਨਾ, ਆਪਣੀ ਜਿਹੜੀ ਆਵਾਜ਼ ਬੇਨਤੀ ਕਥਨ ਕਰਦਾ। ਦੋਹਰਾ ਭੋ ਭਗਵਾਨ ਗੁਣ ਸਾਧ ਕੇ। ਹੇ ਭੋ ਦਾ ਅਰਥ ਹੈ ਭਗਵਾਨ ਦਾ ਅਰਥ ਗੁਰੂ ਜੀ। ਹੇ ਗੁਰੂ ਜੀ, ਜੋ ਤੁਸੀਂ ਸਾਧ ਕੇ ਸ੍ਰੇਸ਼ਟ ਜਿਹੜੇ ਮਹਾਤਮ ਸੰਤ ਜਾਣਿਆ ਉਹਨਾਂ ਕੇ ਕਹੀਏ ਦੇ ਉਹਨਾਂ ਦੇ ਜਿਹੜੇ ਗੁਣ ਲੱਛਣ ਆ ਕਥਨ ਕੀਤੇ ਹਨ। ਮੈਂ ਜਾਣੇ ਨਿਰਧਾਰ, ਉਹ ਲੱਛਣ ਮੈਂ ਸਾਧਾਂ ਦੇ ਨਿਰਧਾਰ ਕਹੀਏ ਨਿਸ਼ਚੇ ਕਰਕੇ ਨਿਰਣੇ ਸਹਿਤ ਜਾਣ ਲਏ ਹਨ। ਭੋ ਭਗਵਾਨ ਗੁਣ ਸਾਧ ਕੇ। ਹੇ ਭਗਵਾਨ ਗੁਰੂ ਜੀ, ਜਿਹੜੇ ਸਾਧਾਂ ਦੇ ਤੁਸੀਂ ਗੁਣ ਲੱਛਣ ਕਥਨ ਕੀਤੇ ਆ
ਮੈਂ ਜਾਣੇ ਨਿਰਧਾਰ। ਉਹ ਮੈਂ ਲੱਛਣ ਨਿਰਧਾਰ ਕਹੀਏ ਨਿਸ਼ਚੈ ਸਹਿਤ ਹੋ ਕੇ, ਤੇ ਨਿਰਧਾਰ ਕਹੀਏ ਨਿਰਣੇ ਸਹਿਤ ਹੋ ਕੇ ਜਾਣ ਲਏ ਹਨ। ਨਿਰਪੇਖ ਕੋ ਸੰਕਲਪ ਗਤ ਕੇ ਸੰਤ ਜਨ ਨਿਰ ਰਹਿਤ ਹਨ। ਪੇਖ ਕਹੀਏ ਇੱਛਾ ਤੋਂ। ਪੇਖ ਨਾਮ ਹੁੰਦਾ ਇੱਛਾ ਦਾ, ਨਿਰ ਹੁੰਦਾ ਨਾਮ ਰਹਿਤ ਦਾ। ਕਿ ਸੰਤ ਜਨ ਇੱਛਾ ਰਹਿਤ ਹੁੰਦੇ ਹਨ। ਉਹਨਾਂ ਦੇ ਜਿਹੜੇ ਸਾਰੇ ਸੰਕਲਪ ਕਹੀਏ ਫੁਰਨੇ ਆ, ਬੰਦੇ ਚੰਗੇ ਫੁਰਨੇ, ਭਾਵੇਂ ਚੰਗੇ ਫੁਰਨੇ ਆ ਭਾਵੇਂ ਬੰਦੇ ਫੁਰਨੇ, ਹੈ ਤੇ ਫੁਰਨੇ ਹੀ ਹੈ ਨਾ। ਉਹਨਾਂ ਦੇ ਸੰਕਲਪ ਵਿਕਲਪ, ਸੰਕਲਪ ਦਾ ਅਰਥ ਇੱਥੇ ਹੈਗਾ ਫੁਰਨੇ। ਜਿਹੜੇ ਫੁਰਨੇ ਆ ਚੰਗੇ ਬੰਦੇ ਗਤ, ਉਹ ਨਾਸ ਹੋ ਜਾਂਦੇ ਹਨ ਸੰਤਾਂ ਦੇ। ਹੈ ਸੁਖ ਸਿੰਧ ਅਪਾਰ। ਉਹ ਤਾਂ ਸੰਤ ਜਿਹੜੇ ਆ ਅਪਾਰ ਕਹੀਏ ਪਾਰਾਵਾਰ ਤੋਂ ਰਹਿਤ। ਪਾਰ ਹੁੰਦਾ ਪਾਰਲਾ ਪਾਸਾ, ਆ ਨਾਮ ਰਹਿਤ ਦਾ, ਜਿਹਦਾ ਪਾਰਲਾ ਪਾਸਾ ਹੀ ਕੋਈ ਨਹੀਂ। ਪਾਰਾਵਾਰ ਤੋਂ ਰਹਿਤ। ਬੇਅੰਤ ਸੁੱਖਾਂ ਦੇ ਸਿੰਧ ਕਹੀਏ ਸਮੁੰਦਰ ਰੂਪ ਹਨ ਸੰਤ। ਜਿਨ੍ਹਾਂ ਦੇ ਤੁਸੀਂ ਲੱਛਣ ਕਹੇ ਉਹ ਮੈਂ ਧਾਰਨ ਕਰ ਲਏ ਆ, ਤੋ ਪਤਾ ਲੱਗ ਗਿਆ ਵੀ ਨਿਰਪੇਖ ਇੱਛਾ ਤੋਂ ਰਹਿਤ ਹੁੰਦੇ ਆ, ਤੇ ਸੰਕਲਪ ਉਹਨਾਂ ਦੇ ਨਾਸ ਹੋ ਜਾਂਦੇ ਆ, ਤੇ ਸੁੱਖਾਂ ਦਾ ਉਹ ਸਮੁੰਦਰ ਹੁੰਦੇ ਆ। ਅਪਾਰ ਕਹੀਏ ਪਾਰਾਵਾਰ ਤੋਂ ਰਹਿਤ। ਹਾਂਜੀ, ਇਹ ਦੋਹਰੇ ਦਾ ਅਰਥ ਹੋ ਗਿਆ। ਦੋਹਰਾ ਹਉ ਕਾਮੀ ਵੈ ਸਮਤ ਚਿਤ। ਹੈ ਗੁਰੂ ਜੀ, ਹਉ ਕਹੀਏ ਮੈਂ ਤਾਂ, ਕਾਮੀ ਕਹੀਏ ਕਾਮ ਵਾਸ਼ਨਾ ਵਿੱਚ ਫਸਿਆ ਹੋਇਆ, ਜਾਂ ਕਾਮਨਾ ਦੇ ਸਹਿਤ ਹੀ। ਉਧਰ ਦੇ ਸੰਕਲਪ ਨਾਸ ਹੀ ਆ ਨਾ, ਤੇ ਇਧਰ ਤੇ ਕਾਮਨਾ ਹੀ ਕਾਮਨਾ। ਉਧਰ ਤੇ ਇੱਛਾ ਤੋਂ ਰਹਿ, ਤੇ ਇਧਰ ਤੇ ਕਾਮ ਵਾਸ਼ਨਾ ਦੀ ਇੱਛਾ ਰਹਿੰਦੀ ਹੀ ਰਹਿੰਦੀ। ਇਸ ਕਰਕੇ ਇਹ ਗੁਰੂ ਜੀ, ਮੈਂ ਤੇ ਕਾਮੀ ਕਹੀਏ ਕਾਮਨਾ ਵਾਸ਼ਨਾ ਦੇ ਵਿੱਚ ਫਸਿਆ ਹੋਇਆ ਹਾਂ, ਅਤੇ ਵੈ ਸਮਤ ਚਿੱਤ। ਉਹ ਜਿਹੜੇ ਸੰਤ ਜਾਣਿਆ ਸਮਤ ਸ੍ਰੇਸ਼ਟ ਮਤੀ ਬੁੱਧੀ ਵਾਲੇ, ਤੇ ਚਿੱਤ ਕਹੀਏ ਚੇਤਨ। ਚਿੱਤ ਦਾ ਅਰਥ ਇੱਥੇ ਕਰਨਾ ਚੇਤਨ। ਚੇਤਨ ਬ੍ਰਹਮ ਵਿੱਚ ਨਿਸ਼ਚਾ ਰੱਖਣ ਵਾਲੇ। ਆਪਣੀ ਮਰਜ਼ੀ ਨਾਲ ਵੀ ਕਰ ਲਈਦਾ ਵੀ ਉਹ ਮੈਂ ਤੇ ਕਾਮੀ ਆ ਮਹਾਰਾਜ, ਉਹ ਤੇ ਸ੍ਰੇਸ਼ਟ ਮਤ ਵਾਲੇ ਆ, ਤੇ ਚਿੱਤ ਵਿੱਚ ਬੜੀ ਉੱਚੀ ਸੋਚ ਰੱਖਦੇ ਆ। ਉਹਨਾਂ ਦੇ ਚਿੱਤ ਦੀਆਂ ਚਿਤਵਨੀਆਂ ਵੀ ਪਰਮਾਤਮਾ ਦੇ ਪੱਖ ਦੀਆਂ, ਤੇ ਚਿੱਤ ਦਾ ਅਰਥ ਇੱਥੇ ਚੇਤਨ ਹੀ ਵਿਦਵਾਨ ਕਰਦੇ ਆ ਵੀ ਉਹ ਚੇਤਨ ਜਿਹੜਾ ਬ੍ਰਹਮ ਆ ਉਹਦੇ ਵਿੱਚ ਨਿਸ਼ਚਾ ਰੱਖਣ ਵਾਲੇ, ਜਾਂ ਵੀ ਵੈ ਸਮਤ। ਉਹ ਜਿਹੜੇ ਸੋ ਨਾਮ ਹੁੰਦਾ ਸ੍ਰੇਸ਼ਟ ਦਾ, ਸ੍ਰੇਸ਼ਟ ਬੁੱਧੀ ਤੇ ਚਿੱਤ ਵਾਲਿਆ ਸੰਤ। ਤੇ ਮਹਾਰਾਜ ਗੁਰੂ ਜੀ, ਮੇਰੇ ਤੇ ਚਿੱਤ ਵਿੱਚ ਮੋਹੇ ਨਾ ਆਵੇ ਬੂਝ। ਮੇਰੇ ਤੇ ਚਿੱਤ ਵਿੱਚ ਇਹੋ ਜਿਹੀ ਬੂਝ ਜਿਹੜੀ ਉਹ ਸਮਝ ਨਹੀਂ ਆਉਂਦੀ, ਐਡੀ ਗੱਡੀ ਗਿਆਨ ਦੀ। ਮੋਹੇ ਨਾ ਮੇਰੇ ਦਾ ਵੀ ਹੁੰਦਾ ਵੀ ਮੇਰੇ ਤੇ ਚਿੱਤ ਵਿੱਚ ਨਾ ਆਵੇ ਬੂਝ। ਬੂਝ ਨਾਮ ਸਮਝਦਾ, ਸਮਝ ਨਹੀਂ ਆਵੇ ਆਉਂਦੀ। ਤੇ ਇਵੇਂ ਵੀ ਸਮਤ ਚੇਤੋ ਸ੍ਰੇਸ਼ਟ ਮਤੀ ਬੁੱਧੀ ਵਾਲੇ, ਤੇ ਚਿੱਤ ਵਾਲੇ ਹਨ ਸ੍ਰੇਸ਼ਟ ਚਿੱਤ ਵਾਲੇ। ਮੋਹੇ ਨਾ ਆਵੇ ਬੂਝ। ਤੇ ਮੋਹੇ ਮੈਨੂੰ ਪ੍ਰਸ਼ਨ ਕਰਨ ਦੀ, ਤੇ ਗੁਰੂ ਜੀ ਸਵਾਲ ਕਰਨ ਦੀ ਜਿਹੜੀ ਬੂਝ ਆ ਉਹ ਸਮਝ ਨਹੀਂ ਆਵੇ ਆਉਂਦੀ। ਕੈਸੇ ਹਿਤ ਉਪਦੇਸ਼ ਕੀ, ਫਿਰ ਮੇਰੇ ਹਿਤ ਕਹੀਏ ਭਲਾ ਕੀ ਨਾਮ ਦੀ। ਫਿਰ ਮੇਰੇ ਭਲੇ ਦੀ ਜੋ ਉਪਦੇਸ਼ ਕਹੀਏ ਸਿੱਖਿਆ ਹੈ। ਜੋ ਮੇਰੇ ਭਲੇ ਕੀ ਦਾ ਅਰਥ ਦਾ ਵੀ ਬਣ ਜਾਂਦਾ ਇੱਥੇ, ਕਿ ਫਿਰ ਮੇਰੇ ਹਿਤ ਭਲੇ ਦਾ ਜੋ ਉਪਦੇਸ਼ ਆ, ਉਪਦੇਸ਼ ਹੀ ਉਪਦੇਸ਼ ਕਹਿ ਲਓ, ਸਿੱਖਿਆ ਕਹਿ ਲਓ, ਇੱਕ ਹੀ ਗੱਲ। ਮੇਰੇ ਭਲੇ ਦੀ ਜੋ ਉਪਦੇਸ਼ ਕਹੀਏ ਸਿੱਖਿਆ ਹੈ। ਪਰ ਇਹ ਗੈਲ ਨਿਜ ਸੂਝ
ਉਸ ਨਿਜ ਕਹੀਏ ਆਪਣੇ ਮੁਕਤੀ ਗਿਆਨ ਦੇ ਰੂਪੀ ਜਿਹੜੀ ਗੈਲ ਕਹੀਏ ਰਸਤੇ ਦੀ ਮੈਨੂੰ ਕੈਸੇ ਕਿਸ ਪ੍ਰਕਾਰ ਸਮਝ ਪਏ ਹੈ ਮਹਾਰਾਜ। ਕੈਸੇ ਅਰਥ ਕਿਵੇਂ ਵੀ ਹੁੰਦਾ, ਕੈਸੇ ਹਿਤ ਉਪਦੇਸ਼ਕੀ, ਕਿਵੇਂ ਉਹਨਾਂ ਦੇ ਹਿਤ ਭਲਾ ਕਰਨ ਵਾਲੇ ਉਪਦੇਸ਼ ਰੂਪੀ ਗੈਲ ਕਹੀਏ ਰਸਤੇ ਦੀ ਮੈਨੂੰ ਸੋਝੀ ਆਵੇਗੀ, ਅਥਵਾ ਕਿਸ ਪ੍ਰਕਾਰ ਨਿਜ ਆਪਣੇ ਆਪ ਦੀ ਕਲਿਆਣ ਦੀ ਪ੍ਰਾਪਤੀ ਰੂਪ ਰਸਤੇ ਹਿਤ ਵਾਸਤੇ ਉਪਦੇਸ਼ ਦੀ ਸੂਝ ਪਵੇ। ਉਹ ਤਾਂ ਨਹੀਂ ਨਾ ਹੋ ਸਕਦਾ, ਮਹਾਰਾਜ ਨੇ ਜੋਗਾ ਨਹੀਂ ਨਾ ਮੈਂ। ਕੈਸੇ ਹਿਤ ਉਪਦੇਸ਼ ਕੀ, ਫਿਰ ਮੇਰੇ ਹਿਤ ਭਲੇ ਦੀ ਜੋ ਉਪਦੇਸ਼ ਕਹੀਏ ਸਿੱਖਿਆ ਹੈ, ਜਾਂ ਕਿਸ ਤਰ੍ਹਾਂ ਮੇਰੇ ਭਲੇ ਲਈ ਉਹ ਸੰਤਾਂ ਦੇ ਉਪਦੇਸ਼ ਦੀ ਜਿਹੜੀ ਸਿੱਖਿਆ ਹੈ, ਪਰ ਇਹ ਗੈਲ ਨਿਜ ਸੂਝ ਉਸ ਨਿਜ ਸੂਝ, ਨਿਜ ਹੁੰਦਾ ਆਪਣ, ਸੂਝ ਹੁੰਦਾ ਨਿਜ ਹੁੰਦਾ ਆਪਣੇ ਆਪ ਦੀ, ਉਸ ਆਪਣੇ ਜਿਹੜਾ ਵੀ ਮੁਕਤੀ ਦਾ ਗਿਆਨ ਹੈ, ਆਪਣਾ ਕੀ ਆ ਆਤਮ ਸਰੂਪ ਦਾ ਗਿਆਨ, ਉਹ ਕੀ ਮੁਕਤੀ ਦਾ ਗਿਆਨ ਹੈ। ਮੁਕਤੀ ਦਾ ਗਿਆਨ ਰੂਪੀ ਜਿਹੜਾ ਗੈਲ ਕਹੀਏ ਰਸਤਾ, ਉਹ ਰਸਤੇ ਦੀ ਕਹਿੰਦੇ ਮੈਨੂੰ ਕੈਸੇ ਕਹੀਏ ਕਿਸ ਤਰ੍ਹਾਂ ਸੂਝ ਕਹੀਏ ਸਮਝ ਪਏ, ਆਹ ਨਹੀਂ ਪੈ ਸਕਦੀ, ਕਿਉਂਕਿ ਮੋਹੇ ਨਾ ਹੋਵੇ ਬੂਝ, ਮੈਨੂੰ ਤੇ ਪ੍ਰਸ਼ਨ ਕਰਦੀ ਸਮਝ ਨਹੀਂ ਆਉਂਦੀ। ਤੇ ਮਹਾਰਾਜ ਭਲੇ ਦੀ ਜਿਹੜੀ ਸਿੱਖਿਆ ਵਾ ਉਹ ਆਪਣੇ ਮੁਕਤੀ ਦੇ ਗਿਆਨ ਰੂਪੀ ਗੈਲ ਰਸਤੇ ਦੀ ਮੈਨੂੰ ਕਿਸ ਪ੍ਰਕਾਰ ਸਮਝ ਪਏ, ਭਾਵ ਨਹੀਂ ਪੈ ਸਕਦੀ, ਪਰ ਇਹ ਗੈਲ, ਪਰ ਇਹ ਅਰਥ ਹੁੰਦਾ ਪਵੇ, ਗੈਲ ਅਰਥ ਹੁੰਦਾ ਰਸਤਾ, ਨਿਜ ਸੂਝ, ਨਿਜ ਹੁੰਦਾ ਆਪਣੇ ਗਿਆਨ, ਆਪਣੇ ਸਰੂਪ ਦੇ ਗਿਆਨ ਦੀ ਜਿਹੜੀ ਸੋਝੀ ਸਮਝ ਆ ਹੈ, ਉਸ ਦੇ ਜਿਹੜੇ ਗੈਲ ਰਸਤੇ ਤੇ ਕੈਸੇ ਕਹੀਏ ਕਿਸ ਤਰ੍ਹਾਂ ਪਵੇ ਆਪਣੇ ਉਪਦੇਸ਼ ਦੀ ਜਿਹੜੀ ਸਿੱਖਿਆ, ਜਦੋਂ ਕਿ ਮੋਹੇ ਨਾ ਹੋਵੇ ਬੂਝ, ਮੈਨੂੰ ਤੇ ਕੋਈ ਸਮਝ ਹੀ ਨਹੀਂ ਆਉਂਦੀ। ਠੀਕ ਹੈ ਜੀ, ਕਿਉਂਕਿ ਮੇਰਾ ਚਿੱਤ ਵੀ ਨਾ ਕੰਮ ਦਾ ਨਹੀਂ, ਬੁੱਧੀ ਵੀ ਮੇਰੀ ਮੈਲੀ ਹੈ, ਤੇ ਹੈ ਵੀ ਮੈਂ ਹਉ ਕਾਮੀ, ਕਾਮੀ ਬਹੁਤ, ਕਾਮ ਵਾਸਨਾ ਭਰੀ ਹੋਈ। ਸ੍ਰੀ ਗੁਰੂ ਵਾਚ, ਹੁਣ ਸ੍ਰੀ ਗੁਰੂ ਇਹਦਾ ਅਰਥ ਵਿਦਵਾਨ ਐਸੇ ਵੀ ਕਰ ਲੈਂਦੇ, ਕੈਸੇ ਨਿਜ ਅਨਵੇਂ ਕਰਕੇ ਨਾ ਅੜੀ ਦੂਜੀ ਹੋ ਕੇ ਆ, ਇਹਦਾ ਅਨਵੇਂ ਅਰਥ ਵੀ ਕਰ ਲੈਂਦੇ। ਉਹ ਕਿਵੇਂ ਅਨਵੇਂ ਕਰਦੇ ਆ ਵੀ ਕੈਸੇ ਨਿਜ ਹਿਤ ਉਪਦੇਸ਼, ਕੈਸੇ ਤੇ ਨਿਜ ਪਾਠ ਐਵੇਂ ਕਰ ਲੈਣਾ ਅਰਥ ਵਾਸਤੇ, ਕੈਸੇ ਨਿਜ ਉਪਦੇਸ਼, ਕੈਸੇ ਨਿਜ ਹਿਤ ਉਪਦੇਸ਼ ਕੀ ਪਰੇ ਗੈਲ ਸੂਝ, ਅਰਥ ਐਵੇਂ ਬਣਾਉਣਾ ਵੀ ਕੈਸੇ ਦਾ ਅਰਥ ਕਿਵੇਂ, ਕਿਵੇਂ ਆਪਣੇ ਨਿਜ ਸਰੂਪ ਨੂੰ, ਨਿਜ ਸਰੂਪ ਕੀ ਆਤਮ ਸਰੂਪ ਹੈ, ਆਤਮ ਸਰੂਪ ਨੂੰ ਜਾਣਨ ਹਿਤ ਕਹੀਏ ਵਾਸਤੇ, ਆਪਣੇ ਨਿਜ ਸਰੂਪ ਨੂੰ ਜਾਣਨ ਵਾਸਤੇ ਗੁਰੂ ਕੋਲ ਜਾਣ ਵਾਲੇ ਜਿਹੜਾ ਗੈਲ ਆ ਰਸਤਾ, ਰਸਤੇ ਦੀ ਸੂਝ ਕਹੀਏ ਸਮਝ ਪਵੇ, ਤਾਂ ਮੈਂ ਉਪਦੇਸ਼ ਲਵਾਂ। ਕਿਵੇਂ ਆਪਣੇ ਨਿਜ ਸਰੂਪ, ਕੈਸੇ ਨਿਜ ਹਿਤ ਉਪਦੇਸ਼ ਕੀ, ਇਹ ਪਾਠ ਕਰ ਲੈਣਾ, ਪਰ ਇਹ ਗੈਲ ਸੂਝ, ਕੈਸੇ ਦਾ ਅਰਥ ਕਿਵੇਂ, ਕਿਵੇਂ ਆਪਣੇ ਨਿਜ ਸਰੂਪ, ਨਿਜ ਦਾ ਅਰਥ ਨਿੱਜੀ, ਕਿਵੇਂ ਆਪਣੇ ਨਿਜ ਸਰੂਪ ਨੂੰ ਜਾਣਨ ਹਿਤ ਕਹੀਏ ਵਾਸਤੇ, ਤੇ ਗੁਰੂ ਕੋਲ ਜਾਣ ਵਾਲੀ ਜਿਹੜਾ ਗੈਲ ਰਸਤਾ, ਉਹ ਰਸਤੇ ਦੀ ਵੀ ਮੈਨੂੰ ਸੂਝ ਕਹੀਏ ਸਮਝ ਪਵੇ, ਤਾਂ ਮੈਂ ਉਪਦੇਸ਼ ਲਵਾਂ। ਉਹ ਦੱਸੋ ਗੁਰੂ ਸਾਹਿਬ ਜੀ।
ਇਹ ਜਿਹੜੀ ਗੱਲ ਆ ਛਿੱਛ ਨੇ ਬੇਨਤੀ ਕਰਕੇ ਕਹੀ। ਅੱਗੇ ਸ੍ਰੀ ਗੁਰੂ ਆਵਾਜ਼ ਪਾਠ ਇਕੱਠਾ ਹੀ ਕਰ ਲੈਣਾ ਜੋੜ ਕੇ, ਉਹ ਬਣੂ ਸ੍ਰੀ ਗੁਰ ਆਵਾਜ਼। ਹੋੜੇ ਵਿੱਚ ਊੜਾ ਨਿਕਲ ਕੇ ਸੁਭਾਏ ਮਾਨ ਸ੍ਰੀ ਕਹੀਏ ਸੁਭਾਏ ਮਾਨ ਗੁਰੂ ਜੀ ਸਿੱਖ ਦਾ ਇਹ ਪ੍ਰਸ਼ਨ ਸੁਣ ਕੇ ਜੁਪਰ ਗਿਆ। ਅੱਗੋਂ ਉੱਤਰ ਰੂਪ ਵਿੱਚ ਆਵਾਜ਼ ਕਹੀਏ ਕਥਨ ਆਵਾਜ਼ ਦਾ ਅਰਥ ਕਥਨ ਕਰਦੇ ਹਨ। ਦੋਹਰਾ ਕਹਿਤ ਸੰਤ ਜੀ ਸਹਿਜ ਹੀ। ਇਹ ਸਿੱਖ ਜਿਹੜੇ ਸੰਤ ਕਹੀਏ ਸ਼ਾਂਤ ਚਿੱਤ ਮਹਾਤਮਾ ਜਾਣਿਆ ਸਹਿਜ ਸੁਤੇ ਸਿੱਧ ਭਾਵ ਸੁਭਾਵਕ ਹੀ। ਬਾਤ ਗੀਤ ਰੁਚ ਬੈਨ ਬਾਤ ਕਹੀਏ ਗੱਲ ਕਹਿੰਦੇ ਹਨ, ਜਾਂ ਪਰਮਾਤਮਾ ਦੇ ਜਿਹੜੇ ਗੀਤ ਆ ਸੋਹਿਲੇ ਆ ਜਸ ਗਾਉਂਦੇ ਹਨ, ਜਾਂ ਫਿਰ ਰੁਚੀ ਨਾਮ ਹੁੰਦਾ ਪ੍ਰੇਮ ਨਾਲ ਬੈਨ ਕਹੀਏ ਬਚਨ ਬੋਲਦੇ ਹਨ। ਐਦ ਸੰਤ ਜੀ ਸਹਿਜ ਹੀ। ਇਹ ਸਿੱਖ ਜੇ ਦਾ ਅਰਥ ਜਿਹੜੇ ਸੰਤ ਆ ਨਾ ਸ਼ਾਂਤ ਚਿਤ ਮਹਾਤਮਾ ਜਨ ਸਹਿਜ ਸੁਤੇ ਸੇ ਸੁਭਾਵਕ ਹੀ ਬਾਤ ਗੀਤ ਰੁਚ ਬੈਨ ਉਹ ਗੱਲ ਕਹਿੰਦੇ ਹਨ, ਜਾਂ ਪਰਮਾਤਮਾ ਦੀ ਬਾਤ ਕਹੀ ਗੱਲ ਕਹਿੰਦੇ ਹਨ। ਪਰਮਾਤਮਾ ਦਾ ਗੀਤ ਸੋਹਿਲਾ ਗਾਉਂਦੇ ਹਨ, ਜਾਂ ਫਿਰ ਉਹ ਰੁਚੀ ਬੈਨ ਪ੍ਰੇਮ ਦੇ ਨਾਲ ਬਚਨ ਬੈਨ ਕੇ ਬਚਨ ਬੋਲਦੇ ਹਨ। ਤੇ ਤੇਰੇ ਤਨ ਦੁੱਖ ਹਰਨ, ਇੱਥੇ ਹਰਨ ਪਾਠ ਦੇ ਨੰਨੇ ਨੂੰ ਸਿਆਰੀ ਲਾ ਲੈਣੀ। ਤੇ ਦਾ ਅਰਥ ਉਹ ਬਚਨ ਤੇਰੇ ਤਨ ਸਰੀਰ ਦੇ ਦੁੱਖ ਹਰਨ, ਦੁੱਖ ਨਾਮ ਕਸ਼ਟ ਦਾ ਕਸ਼ਟ ਨੂੰ ਹਰਨ ਕਹੀਏ ਨਾਸ ਕਰਨ ਵਾਲੇ ਹਨ। ਅਤੇ ਉਹਨਾਂ ਦੇ ਜਿਹੜੇ ਬਚਨ ਆ ਵਾਇਕ ਸਭ ਸੁਖ ਦੈਨ। ਵਾਇਕ ਨਾਮ ਦਾ ਮਹਾਵਾਕ ਉਹਨਾਂ ਦੇ ਬਚਨ ਮਹਾਵਾਕਾਂ ਦੀ ਨਿਆਈ ਭਾਵ ਉੱਚ ਬਚਨ ਆ ਸਾਧਨਾਂ ਦੇ। ਮਹਾਨ ਵਾਕ ਬਚਨ ਆ, ਮਹਾਨ ਕਥਨੀ ਆ ਉਹਨਾਂ ਦੀ। ਵਾਇਕ ਨਾਮ ਦਾ ਮਹਾਵਾਕ ਉਹਨਾਂ ਦੇ ਬਚਨ ਵਾਕ ਮਹਾਵਾਕਾਂ ਦੀ ਨਿਆਈ ਸਭ ਕਹੀਏ ਸਾਰੇ ਆਤਮਿਕ ਸੁੱਖ ਹੀ ਦੇਣ ਵਾਲੇ ਹਨ। ਸੁੱਖ ਦਾ ਅਰਥ ਲੈਣਾ ਆਤਮਿਕ ਸੁੱਖ, ਉਂਝ ਵੀ ਸੁੱਖ ਤੇ ਆਤਮਿਕ ਸੁੱਖ ਵੀ ਦੇਣ ਵਾਲੇ ਹਨ। ਇੱਥੇ ਪਾਠ ਅੰਤਰ ਵੀ ਹੈ, ਵਾਇਕ ਦੀ ਥਾਂ ਦਾਇਕ ਪਾਠ ਵੀ ਹੈ। ਦਾਇਕ ਪਾਠ ਬਣ ਜੂ ਫਿਰ ਦਾਇਕ ਸਭ ਸੁੱਖ ਦੇਣ। ਸਭ ਕਹੀਏ ਸਾਰੇ ਸੁੱਖ ਤੇ ਵਾਇਕ ਸਭ ਸੁੱਖ ਦੇਣ ਦੀ ਥਾਂ ਪਾਠ ਚੈਨ ਚੱਚਾ ਹੋ ਜਾਊਗਾ। ਦੋ ਪਾਠ ਆ ਇਹ। ਮੁੱਖ ਪਾਠ ਤੇ ਹੈਗਾ ਵਾਇਕ ਸਭ ਸੁੱਖ ਦੇਣ, ਤੇ ਦੂਜਾ ਪਾਠ ਹੈਗਾ ਦਾਇਕ ਸਭ ਸੁੱਖ ਚੈਨ। ਸਾਰੇ ਸੁੱਖ ਤੇ ਚੈਨ ਕਹੀਏ ਸ਼ਾਂਤੀ ਆਦ ਗੁਣਾਂ ਨੂੰ ਦਾਇਕ ਦੇਣ ਵਾਲੇ ਹਨ। ਜਿਹੜੇ ਕਹਿ ਸੰਤ ਜੇ ਸਹਿਜ ਇਹ ਸਿੱਖ ਜਿਹੜੇ ਸੰਤ ਹੁੰਦੇ ਆ ਨਾ ਉਹ ਸਹਿਜ ਸੁਤੇ ਸਿੱਧੀ ਕਹਿੰਦੇ ਰਹਿੰਦੇ ਕਿ ਪਰਮਾਤਮਾ ਦੀ ਗੱਲ ਬਾਤ, ਉਹ ਪਰਮਾਤਮਾ ਦੇ ਗੀਤ, ਉਹਦੇ ਰੁਚੀ ਬੈਣ, ਉਹਦੇ ਪ੍ਰੇਮ ਦੇ ਬਚਨ, ਜਿਸ ਕਰਕੇ ਤੇ ਤੇਰੇ ਤਨ ਦੁੱਖ ਹਰਨ। ਜੇ ਤੇ ਉਹਨਾਂ ਸੰਤਾਂ ਦੇ ਮਿਲਣੇ ਕਰਕੇ ਉਹ ਤੇਜ ਅਰਥ ਉਹ ਜਿਹੜੇ ਸੰਤ ਆ ਉਹਨਾਂ ਦੇ ਜਦੋਂ ਬਚਨ ਸੁਣੇ ਤੇਰੇ ਤਨ ਤੇਰੇ ਸਰੀਰ ਦੇ ਜਿਹੜੇ ਦੁੱਖ ਆ ਉਹ ਹਰਨ ਸਭ ਨਾਸ ਹੋ ਜਾਣਗੇ। ਵਾਇਕ ਸਭ ਸੁਖ ਦੇਣ, ਕਿਉਂਕਿ ਉਹਨਾਂ ਸੰਤਾਂ ਦੇ ਜਿਹੜੇ ਬਚਨ ਆ ਉਹ ਵਾਇਕ ਕਹੀਏ ਮਹਾਵਾਕਾਂ ਦੀ ਨਿਆਈ ਹੈ। ਜਿਹੜੇ ਵੇਦ ਵਿਚਾਰ ਮਹਾਵਾਕ ਆ ਜਾਂ ਗੁਰਬਾਣੀ ਦੇ ਮਹਾਵਾਕ ਆ ਨਾ ਉਹਨਾਂ ਮਹਾਵਾਕਾਂ ਦੀ ਨਿਆਈ ਆ ਸੰਤਾਂ ਦੇ ਬਚਨ।
ਸਭ ਸੁਖ ਦੇਣ, ਸਾਰੇ ਆਤਮਿਕ ਸੁਖ ਨੂੰ ਹੀ ਦੇਣ ਵਾਲੇ ਹੈ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਸਾਧ ਜਨਾ ਕੀ ਅੰਮ੍ਰਿਤ ਬਾਣੀ। ਅੰਮ੍ਰਿਤ ਵਰਗੀ ਬਾਣੀ, ਮਰਿਆਂ ਨੂੰ ਜਿੰਦਾ ਕਰ ਦੇਣ ਵਾਲੀ ਬਾਣੀ ਆ ਸੰਤਾਂ ਦੀ। ਤੇ ਦੂਸਰਾ ਪਾਠ, ਦਾਇਕ ਸਭ ਸੁਖ ਚੈਨ, ਭਾਵ ਸਾਰੇ ਸੁਖ ਚੈਨ ਕਹੀਏ ਸ਼ਾਂਤੀ ਨੂੰ ਦਾਇਕ ਦੇਣ ਵਾਲੇ ਆ, ਗੁਣਾਂ ਨੂੰ ਦੇਣ ਵਾਲੇ ਆ। ਦਾਇਕ ਦਾ ਅਰਥ ਹੁੰਦਾ ਦੇਣ ਵਾਲੇ, ਦਾਇਕ ਦੇਣ ਵਾਲੇ ਹਨ। ਹਾਂਜੀ, ਦੋ ਹੋਰ ਆ। ਬੋਲਤ ਸਹਿਜ ਸੁਭਾਏ ਜੋ, ਬੋਲਤ ਸਹਿਜ ਸੁਭਾਏ ਜੋ, ਜਿਹੜਾ ਬੋਲਤ ਪਾਠ ਦੇ ਤੱਤੇ ਨੂੰ ਸਿਹਾਰੀ ਲਾ ਲੈਣੀ। ਬਚਨ ਮਨੋਹਰ ਸੰਤ, ਅਰਥ ਵਾਸਤੇ ਹੈ, ਅਰਥ ਲੈਣਾ ਹੈ ਸੰਤ ਮਨੋਹਰ ਬਚਨ, ਇੱਥੋਂ ਅਰਥ ਸ਼ੁਰੂ ਕਰਨਾ। ਇਹ ਸਿੱਖ ਸੰਤ ਜਿਹੜੇ ਸ਼ਾਂਤ ਚਿੱਤ ਮਹਾਤਮਾ ਜਾਣਿਆ, ਜੋ ਕਿ ਮਨੋਹਰ ਕਹੀਏ ਮਨ ਨੂੰ ਚਰਾਉਣ ਵਾਲੇ ਸੁੰਦਰ ਬਚਨ। ਮਨੋਹਰ ਦਾ ਅਰਥ ਹੁੰਦਾ ਮਨ ਨੂੰ ਚਰਾਉਣ ਵਾਲੇ। ਮਨੋਹਰ, ਮਨੋਹਰ ਦਾ ਅਰਥ ਹੁੰਦਾ ਸੁੰਦਰ ਵੀ ਹੁੰਦਾ। ਮਨੋਹਰ ਦਾ ਅਰਥ, ਮਨੋਹਰ ਦਾ ਅਰਥ ਸੁੰਦਰ ਹੀ ਹੁੰਦਾ। ਸੰਤਾਂ ਦੇ ਜਿਹੜੇ ਬਚਨ ਆ ਉਹ ਬੜੇ ਮਨੋਹਰ ਕਹੀਏ ਸੁੰਦਰ ਆ। ਤੇ ਮਨੋਹਰ ਦਾ ਅਰਥ ਹੁੰਦਾ ਮਨ ਨੂੰ ਚਰਾਉਣ ਵਾਲੇ। ਮਨ ਓਹਰ, ਮਨ ਨੂੰ ਚਰਾਉਣ ਵਾਲੇ। ਇਹ ਸਿੱਖ ਸੰਤਾਂ ਦੇ ਮਹਾਤਮਾ ਜਨਾਂ ਦੇ ਜਿਹੜੇ ਬਚਨ ਆ ਉਹ ਮਨ ਨੂੰ ਚਰਾਉਣ ਵਾਲੇ ਤੇ ਮਨੋਹਰ ਸੁੰਦਰ ਹੁੰਦੇ ਆ। ਬੋਲਤ ਸਹਿਜ ਸੁਭਾਏ, ਜੋ ਕਿ ਉਹ ਸੰਤ ਸਹਿਜ ਸੁਭਾਏ, ਸੁਤੇ ਸਹਿਜ ਸੁਭਾਏ ਦਾ ਅਰਥ ਸੁਤੇ ਸਿੱਧ ਹੀ, ਸੁਭਾਵਕ ਹੀ ਬੋਲਤ ਬੋਲਦੇ ਹਨ। ਠੀਕ ਆ। ਸਬਤ ਭੂਮਿਕਾ ਗਿਆਨ ਕੀ, ਇੱਥੇ ਆ ਕੇ ਮੁੱਖ ਬਚਨ ਜਿਹੜਾ ਨਾ ਇਸ ਅਧਿਆਏ ਦਾ ਤੇ ਇਸ ਗ੍ਰੰਥ ਦਾ ਉਹ ਕਵੀ ਜੀ ਕਹਿਣ ਲੱਗੇ ਹੁਣ। ਸਬਤ ਭੂਮਿਕਾ ਗਿਆਨ ਕੀ, ਜੋ ਗਿਆਨ ਦੀਆਂ ਸੱਤ, ਸਬਤ ਦਾ ਅਰਥ ਸੱਤ, ਭੂਮਿਕਾ ਦਾ ਅਰਥ ਪੌੜੀਆਂ ਮੰਜ਼ਲਾਂ। ਇਹ ਸਿੱਖ ਜੋ ਗਿਆਨ ਦੀਆਂ ਸੱਤ ਭੂਮਿਕਾ ਪੌੜੀਆਂ ਮੰਜ਼ਲਾਂ ਹਨ, ਤਿੰਨ ਹੀ ਮੈਂ ਦਰ ਸੰਤ, ਉਹ ਭੂਮਿਕਾ ਤਿੰਨਾਂ ਸੰਤ ਜਨਾਂ ਦੇ ਬਚਨਾਂ ਵਿੱਚ ਹੀ ਦਰ ਸੰਤ ਕਹੀਏ ਦਿਖ ਜਾਂਦੀਆਂ। ਸਬਤ ਭੂਮਿਕਾ ਗਿਆਨ ਕੀ, ਜਿਹੜੀਆਂ ਸੱਤ ਗਿਆਨ ਦੀਆਂ ਭੂਮਿਕਾ ਮੰਜ਼ਲਾਂ ਨਾ ਸਿੱਖ, ਤਿੰਨ ਹੀ ਕਹੀਏ ਉਹਨਾਂ ਸੰਤਾਂ ਦੇ ਵਿੱਚ, ਤਿੰਨ ਹੀ ਮੈਂ ਉਹਨਾਂ ਸੰਤਾਂ ਦੇ ਵਿੱਚ ਜਾਂ ਤਿੰਨਾਂ ਸੰਤਾਂ ਦੇ ਵਿੱਚ ਹੀ ਦਰਸੰਤ ਦਿਖ ਜਾਂਦੀਆਂ। ਦਰਸ਼ਨ ਦਾ ਅਰਥ ਹੁੰਦਾ ਦਿਖ ਜਾਂਦੀਆਂ ਵਾ, ਜਾਂ ਉਹਨਾਂ ਦੇ ਬਚਨਾਂ 'ਚ ਦਿਖ ਜਾਂਦੀਆਂ। ਉਹਨਾਂ ਦੇ ਬਚਨ ਐਸੇ ਹੀ ਹੁੰਦੇ ਆ, ਉਹ ਬਚਨ ਹੀ ਐਸਾ ਕਰਦੇ। ਗੁਰਮੁਖ ਬਾਣੀ ਅਗੜ ਕਢਾਵੇ, ਨਾ ਘੜੀ ਜਾਣ ਵਾਲੀ ਬਾਣੀ ਉਹ ਘੜਦੇ ਆ। ਭਾਵ ਜਿਹੜਾ ਕਿਸੇ ਨੇ ਨਹੀਂ ਬੋਲਿਆ ਬਚਨ ਉਹ ਸੰਤ ਬੋਲ ਦਿੰਦੇ ਆ। ਐਸੀ ਇਹਨਾਂ ਦੀ ਕਮਾਈ ਹੁੰਦੀ ਹੈ। ਇਹ ਜਿਹੜਾ ਗ੍ਰੰਥ ਆ, ਜਿਵੇਂ ਵਿਚਾਰ ਸਾਗਰ ਪੜ੍ਹੀਏ ਤੇ ਵਿਦਵਾਨ ਜਨ ਚੌਥੀ ਤਰੰਗ ਨੂੰ ਮਹਾਨ ਮੰਨਦੇ ਵੀ ਚੌਥੀ ਤਰੰਗ ਮੁੱਖ ਹੈ ਸਾਰੇ ਗ੍ਰੰਥ ਦੀ। ਇਸੇ ਪ੍ਰਕਾਰ ਹੀ ਤੀਸਰਾ ਜਿਹੜਾ ਵਿਸ਼ਰਾਮ ਆ, ਇਹਦੇ ਵਿੱਚ ਸੱਤ ਗਿਆਨ ਦੀਆਂ ਭੂਮਿਕਾ ਜਿਹੜਾ ਕਵੀ ਜੀ ਨੇ ਵਰਣਨ ਕੀਤੀਆਂ, ਜਿਸ ਕਰਕੇ ਇਹ ਵੀ ਜਿਹੜਾ ਹੈ ਅਧਿਆਇ ਆ ਤੀਸਰਾ, ਇਹ ਵੀ ਮੁੱਖ ਹੈ ਗ੍ਰੰਥ ਦਾ, ਵਿਚਾਰਮਾਲਾ ਗ੍ਰੰਥ ਦਾ ਤੀਸਰਾ ਅਧਿਆਇ। ਉਂਝ ਤੇ ਸਾਰਾ ਮੁੱਖ ਹੀ ਆ, ਪਰ ਕਿਉਂ ਵੀ ਗਿਆਨ ਦੀਆਂ ਸੱਤ ਭੂਮਿਕਾ ਦੇ ਨਾਲ ਹੀ ਹੈ ਨਾ ਤੁਰੀਆ ਅਵਸਥਾ, ਮਹਾਨ ਅਵਸਥਾ, ਇਸ ਕਰਕੇ
ਤੀਸਰੇ ਵਿਸ਼ਰਾਮ ਦਾ ਇਹ ਜਿਹੜਾ ਚਾਰ ਮਾਲਾ ਦਾ ਤੀਸਰਾ ਵਿਸ਼ਰਾਮ ਅਧਿਆਏ ਆ, ਇਹ ਮੁੱਖ ਰੂਪ ਆ ਇਹਦਾ। ਇਹਦੇ ਵਿੱਚ 7 ਗਿਆਨ ਦੀ ਭੂਮਿਕਾ ਹੁਣ ਸ਼ੁਰੂ ਹੋਣ ਜਾ ਰਹੀਆਂ, ਜਿਹੜੀਆਂ ਹਰੇਕ ਨੂੰ ਲਾਜ਼ਮੀ ਹੋਣੀਆਂ। 7 ਭੂਮਿਕਾ ਤੇ ਪਹੁੰਚਣਾ ਬੜਾ ਔਖਾ। ਹੁਣ 7 ਭੂਮਿਕਾ ਬਾਰੇ ਗੁਰੂ ਜੀ ਜਿਹੜੇ ਆ ਦੱਸਣਗੇ। ਹਾਂਜੀ। ਸਿੱਖਿਓ ਵਾਚ, ਕਈ ਥਾਵਾਂ ਤੇ ਪਾਠ ਸਿੱਧਾ ਹੀ ਲਿਖਿਆ ਸਿੱਖ ਬਚਨ, ਕਿ ਸਿੱਖ ਬਚਨ ਕਰਦਾ। ਤੇ ਸਿੱਖਿਓ ਵਾਚ ਸ਼ਾਸਤਰੀ ਭਾਸ਼ਾ ਇੱਕ, ਜਿਵੇਂ ਥੱਲੇ ਸ੍ਰੀ ਗੁਰੂ ਵਾਚ ਆਉਂਦਾ। ਸਿੱਖਿਓ ਵਾਚ ਹੀ ਸ਼ੁਭ ਮੰਨਣਾ। ਸਿੱਖ ਵੱਲੋਂ ਬੇਨਤੀ ਰੂਪ ਵਿੱਚ ਗੁਰੂ ਅੱਗੇ ਆਵਾਜ਼ ਕਹੀਏ ਕਥਨ ਕਰਦੇ ਹਨ ਸਿੱਖ। ਕੀ ਕਹਿੰਦਾ ਸਿੱਖ? ਦੋਹਰਾ ਭੋ ਭਗਵਨ ਮੈਂ ਦੁਖਿਤ ਅਤ, ਦੁਖਿਤ ਦੇ ਤੱਤੇ ਨੂੰ ਸਿਹਾਰੀ ਪਾ ਲੈਣੀ, ਖੱਖੇ ਨੂੰ ਵੀ ਤੇ ਤੱਤੇ ਨੂੰ ਸਿਹਾਰੀ ਵੀ। ਹੇ ਭਗਵਾਨ, ਭੋ ਭਗਵਾਨ ਪਿੱਛੇ ਵੀ ਆਇਆ ਸੀ। ਭੋ ਦਾ ਅਰਥ ਹੈ, ਭਗਵਾਨ ਦਾ ਅਰਥ ਗੁਰੂ ਜੀ। ਹੇ ਗੁਰੂ ਜੀ, ਮੈਂ ਤਾਂ ਆਤ ਕਹੀਏ ਅਤਿਅੰਤ ਅਤਿਸ਼ੈ ਕਰਕੇ ਭਾਵ ਬਹੁਤ ਦੁਖੀ ਹਾਂ। ਔਰ ਨ ਕਛੂ ਸੁਹਾਏ, ਮੈਨੂੰ ਔਰ ਕਹੀਏ ਹੋਰ ਪਰਿਵਾਰ ਪਦਾਰਥ ਆਦਿ ਕਛੂ ਕਹੀਏ ਕੁਝ ਵੀ ਸੁਹਾਏ ਚੰਗਾ ਨਹੀਂ ਲੱਗਦਾ। ਠੀਕ ਮਹਾਰਾਜ। ਔਰ ਨਾ ਕਛੂ ਸੁਹਾਏ, ਮੈਨੂੰ ਔਰ ਕਹੀਏ ਹੋਰ ਜਿਹੜਾ ਵੀ ਪਰਿਵਾਰ ਆ, ਪਦਾਰਥ ਆ, ਹੋਰ ਚੀਜ਼ਾਂ ਵਸਤੂਆਂ ਆਦਿ ਸਭ ਕੁਝ, ਕਛੂ ਕੁਝ ਵੀ ਸੁਹਾਏ ਸੋਭਨੀਕ ਸੁਹਾਏ ਚੰਗਾ ਨਹੀਂ ਲੱਗਦਾ। ਸਬਤ ਭੂਮਿਕਾ ਗਿਆਨ ਕੀ, ਜਿਹੜੀਆਂ ਤੁਸੀਂ ਗਿਆਨ ਦੀਆਂ ਹੇ ਗੁਰੂ ਜੀ ਸਬਤ ਭੂਮਿਕਾ 7 ਜਿਹੜੀਆਂ ਭੂਮਿਕਾ ਪੌੜੀਆਂ ਮੰਜ਼ਲਾਂ ਕਥਨ ਕੀਤੀਆਂ ਗਿਆਨ ਕੀ, ਗਿਆਨ ਦੀਆਂ ਕਹੀਏ ਮੋਹੇ ਸਮਝਾਏ। ਉਹ ਭੂਮਿਕਾ, ਉਹ ਮੰਜ਼ਲਾਂ, ਉਹ ਪੌੜੀਆਂ ਮੋਹੇ ਮੈਨੂੰ ਗੁਰੂ ਜੀ ਵਿਸਥਾਰ ਸਹਿਤ ਸਮਝਾਏ, ਸਮਝਾਏ ਦਾ ਅਰਥ ਸਮਝਾ ਕੇ, ਕਹੀਏ ਦਾ ਅਰਥ ਕਹਿਣਾ ਕਰੋ। ਉਹ ਭੂਮਿਕਾ ਗਿਆਨ ਦੀਆਂ 7 ਜਿਹੜੀਆਂ ਮੋਹੇ ਮੈਨੂੰ ਵਿਸਥਾਰ ਸਹਿਤ ਗੁਰੂ ਜੀ ਸਮਝਾਏ, ਕਹੀਏ ਸਮਝਾ ਕੇ ਕਹਿਣਾ ਕਰੋ, ਤਾਂ ਜੋ ਮੈਨੂੰ ਪਤਾ ਲੱਗ ਸਕੇ ਗਿਆਨ ਦੀਆਂ ਭੂਮਿਕਾ ਬਾਰੇ। ਕਿਉਂਕਿ ਆਪ ਜੀ ਨੇ ਕਹਿ ਦਿੱਤਾ ਪਰ ਮੈਨੂੰ ਸਮਝ ਕੋਈ ਨਹੀਂ ਗਿਆਨ ਦੀਆਂ 7 ਭੂਮਿਕਾ ਕਿਹੜੀਆਂ ਹਨ। ਇਸ ਤਰ੍ਹਾਂ ਸਿੱਖ ਨੇ ਕਿਹਾ। ਅੱਗੋਂ ਗੁਰੂ ਜਿਹੜੇ ਉਹ ਫਿਰ ਕਹਿੰਦੇ ਹਨ, ਸ੍ਰੀ ਗੁਰੂ ਵਾਚ, ਸ੍ਰੀ ਸੁਭਾਏ ਮਾਂ ਜਾਂ ਸੋਭਾ ਦੇ ਮਾਲਕ ਗੁਰੂ ਜੀ ਸਿੱਖ ਦੀ ਬੇਨਤੀ ਸੁਣ ਕੇ ਹੁਣ ਅੱਗੇ ਜਿਹੜੀਆਂ ਗਿਆਨ ਦੀਆਂ 7 ਭੂਮਿਕਾ ਦੀ ਆਪ ਹੀ ਵਿਚਾਰ ਕਹੀ ਆ, ਸਿੱਖ ਨੇ ਸੁਣਿਆ, ਸਿੱਖ ਚਾਹਵਾਨ ਹੋਇਆ, ਵਿਸਥਾਰ ਸਹਿ ਸਮਝਾਉਂਦੇ ਹਨ। ਤੇ ਪਹਿਲਾਂ ਗੁਰੂ ਜੀ ਵਾਜਗਈ ਕਥਨ ਕਰਕੇ 7 ਭੂਮਿਕਾ ਜਿਹੜੀਆਂ ਨਾ ਉਹਨਾਂ ਦੇ ਨਾਮ ਦੱਸਦੇ ਹਨ। ਦੋਹਰਾ ਸੁਭ ਇੱਛਾ ਸੋ ਵਿਚਾਰਨਾ। ਹੁਣ ਨਾਮ ਦੱਸ ਰਹੇ ਗਿਆਨ ਦੀਆਂ 7 ਭੂਮਿਕਾ ਦਾ ਧਿਆਨ ਰੱਖਣਾ ਇਹ ਜ਼ਰੂਰੀ ਆ ਗ੍ਰੰਥ ਵਿੱਚ। ਕਹਿੰਦੇ ਗੁਰੂ ਜੀ ਹੈ ਸਿੱਖ, ਪਹਿਲੀ ਭੂਮਿਕਾ ਕਿਹੜੀ ਹੈ? ਉਹਦਾ ਨਾਮ ਹੈ ਸੁਭ ਇੱਛਾ। ਸੁਭ ਇੱਛਾ ਪਹਿਲੀ ਹੈ। ਸੋ ਵਿਚਾਰਨਾ ਇਹ ਦੂਸਰੀ ਹੈ। ਸੋ ਵਿਚਾਰਨਾ ਉਹ ਮਤਲਬ ਕਿ ਸੋ ਵਿਚਾਰਨ ਦਾ ਅਰਥ ਕੀ ਆ? ਸੋ ਨਾਮ ਸ੍ਰੇਸ਼ਟ ਦਾ, ਵਿਚਾਰਨਾ ਨਾਮ ਵੀ ਸਤ ਅਸਤ ਦੀ ਵਿਚਾਰ, ਆਤਮਾ ਪਰਮਾਤਮਾ ਦੀ ਵਿਚਾਰ, ਜੀਵ ਈਸ਼ ਦੀ ਵਿਚਾਰ, ਜਗਤ ਬ੍ਰਹਮ ਦੀ ਵਿਚਾਰ, ਸਾਰ ਅਸਤ ਸਾਰ ਅਸਾਰ ਦੀ ਵਿਚਾਰ, ਠੀਕ ਹੈ, ਝੂਠ ਸੱਚ ਦੀ ਵਿਚਾਰ।
ਕਿਉਂਕਿ ਸਤਿਨਾਮ ਸੱਚ ਦਾ ਹੁੰਦਾ, ਅਸਤ ਨਾਮ ਝੂਠ ਦਾ ਹੁੰਦਾ। ਤੇ ਵਿਦਵਾਨ ਜਾਨੀ ਇੰਨਾ ਹੀ ਲਿਖ ਦਿੰਦੇ ਵੀ ਸਤ ਅਸਤ ਦੀ ਵਿਚਾਰ। ਸੋ ਵਿਚਾਰਨਾ ਦਾ ਅਰਥ ਆ ਸ੍ਰੇਸ਼ਟ ਸਤ ਅਸਤ ਦੀ ਵਿਚਾਰ, ਵੀ ਸਤ ਕੀ ਆ ਅਸਤ ਕੀ ਆ, ਸਾਰ ਕੀ ਆ ਅਸਾਰ ਕੀ ਆ। ਇਹ ਦੂਸਰੀ ਭੂਮਿਕਾ ਹੈ। ਇਹ ਸਿੱਖ ਤਨੂ ਮਾਨਸਾ ਸੋ ਹੋਏ। ਤੀਸਰੀ ਜਿਹੜੀ ਆ ਸੋਧ ਗਈ ਹੈ ਸ੍ਰੇਸ਼ਟ। ਤੀਸਰੀ ਜਿਹੜੀ ਸ੍ਰੇਸ਼ਟ ਆ ਭੂਮਿਕਾ ਗਿਆਨ ਦੀ, ਉਹਦਾ ਨਾਮ ਹੈ ਤਨੂ ਮਾਨਸਾ। ਇਹ ਤੀਸਰੀ ਹੋਏ ਕਹੀਏ ਹੁੰਦੀ ਹੈ। ਤੀਸਰੀ ਗਿਆਨ ਦੀ ਭੂਮਿਕਾ ਤਨੂ ਮਾਨਸਾ ਹੁੰਦੀ ਹੈ। ਸਤਵਾ ਪਤ ਅਸੰਸਗਤ ਅਸੰਸਗਤ ਐਂ ਪੜ੍ਹਨਾ ਇਹਨੂੰ, ਅਸੰ ਕਹਿ ਕੇ ਸਗਤ। ਸਤਵਾ ਪਤ ਅਸੰਸਗਤ। ਚੌਥੀ ਭੂਮਿਕਾ ਹੈ ਸਿੱਖ ਸਤਵਾ ਪਤ ਹੈ। ਸਤਵਾ ਪਤ ਕੀ ਹੈ? ਸਤ ਸਰੂਪ ਦੀ ਪ੍ਰਾਪਤੀ। ਠੀਕ ਆ। ਸਤ ਨਾਮ ਸਤ ਦਾ, ਆਪਤ ਨਾਮ ਪ੍ਰਾਪਤੀ ਦਾ ਭਾਵ ਸਤ ਸਰੂਪ ਦੀ ਜਿਹੜੀ ਪ੍ਰਾਪਤੀ ਆ ਉਹਦਾ ਨਾਮ ਹੈ ਸਤਵਾ ਪਤ। ਇਹ ਹੈ ਚੌਥੀ ਭੂਮਿਕਾ। ਸਤ ਸਰੂਪ ਦੀ ਪ੍ਰਾਪਤੀ ਭਾਵ ਸਤਵਾ ਪਤ ਚੌਥੀ ਭੂਮਿਕਾ। ਤੇ ਸਤਵਾ ਪਤ ਦਾ ਅਰਥ ਹੁੰਦਾ ਸਤ ਸਰੂਪ ਦੀ ਪ੍ਰਾਪਤੀ। ਠੀਕ ਹੈ। ਅਸੰਸਗਤ ਪੰਜਵੀਂ ਭੂਮਿਕਾ ਹੈ ਸਿੱਖ ਅਸੰਸਗਤ। ਇਕੱਠਾ ਹੀ ਆ ਪੜ੍ਹਨ ਵਿੱਚ ਇਹਨੂੰ ਐਂ ਪੜ੍ਹਨਾ ਅਸੰਸਗਤ। ਇਹ ਪੰਜਵੀਂ ਭੂਮਿਕਾ। ਤੇ ਉਹ ਅਸੰਸਗਤ ਦਾ ਅਰਥ ਕੀ ਹੁੰਦਾ ਵੀ ਮਾਇਕੀ। ਸਗਤ ਨਾਮ ਮਾਇਆ ਦਾ ਹੁੰਦਾ। ਮਾਇਕੀ ਪਦਾਰਥਾਂ ਦੇ ਮੋਹ ਤੋਂ ਰਹਿਤ। ਮਾਇਕੀ ਪਦਾਰਥ ਦੇ ਮੋਹ ਤੋਂ ਰਹਿਤ, ਇਹਨੂੰ ਕਹਿੰਦਾ ਅਸੰਸਗਤ। ਅਰਥ ਵਾਸਤੇ ਇਵੇਂ ਵੀ ਹੋ ਜਾਂਦਾ ਵੀ ਸਗਤ ਨਾਮ ਮਾਇਆ ਦਾ, ਸੰਗ ਨਾਮ ਭਲੀ ਪ੍ਰਕਾਰ ਦਾ, ਅੰਗ ਨਾਮ ਰਹਿਤ ਦਾ। ਇਹ ਅਸੰਸਗਤ ਇਹ ਗਿਆਨ ਦੀ ਭੂਮਿਕਾ ਪੰਜਵੀਂ ਆ ਵੀ ਭਲੀ ਪ੍ਰਕਾਰ ਸਗਤ ਮਾਇਕੀ ਪਦਾਰਥਾਂ ਤੋਂ ਆ ਨਾਮ ਜਿਹੜਾ ਰਹਿਤ ਹੋ ਜਾਣਾ। ਇਹ ਪੰਜਵੀਂ ਭੂਮਿਕਾ, ਪੰਜਵੀਂ ਗਿਆਨ ਦੀ ਭੂਮਿਕਾ ਹੈ, ਜਿਹਦਾ ਨਾਮ ਹੈ ਅਸੰਸਗਤ। ਪਦਾਰਥਾ ਭਾਵਨੀ ਸੋਏ। ਤੇ ਸਿੱਖ ਛੇਵੀਂ ਭੂਮਿਕਾ ਕਿਹੜੀ ਹੈ? ਜਿਹੜੀ ਪਦਾਰਥਾ ਭਾਵਨੀ, ਇਹਦਾ ਨਾਮ ਗਿਆਨ ਦੀ ਭੂਮਿਕਾ ਛੇਵੀਂ ਦਾ ਨਾਮ ਹੈ ਪਦਾਰਥਾ ਭਾਵਨੀ। ਤੇ ਉਹ ਸੰਧੀਕਰਨ ਕਰਕੇ ਵਿਦਵਾਨ ਕਰਦੇ ਪਦਾਰਥ ਤੇ ਅਭਾਵਨੀ। ਕੰਨਾਂ ਵਿੱਚ ਐੜਾ ਬਣ ਜਾਣਾ ਤੇ ਬਣ ਜਾਣਾ ਅਭਾਵਨੀ। ਉਹ ਕੀ ਆ ਵੀ ਹਿਰਦੇ ਵਿੱਚ ਪਦਾਰਥਾਂ ਦਾ ਬੜਾ ਭਾਵ ਹੁੰਦਾ, ਬੜਾ ਸੰਗ੍ਰਹਿ ਹੁੰਦਾ। ਹਿਰਦੇ ਵਿੱਚੋਂ ਪਦਾਰਥਾਂ ਦਾ ਜਿਹੜਾ ਅਭਾਵ ਹੋ ਜਾਣਾ, ਅਭਾਵ ਦਾ ਅਰਥ ਨਾਸ ਹੋ ਜਾਣਾ। ਹਿਰਦੇ ਵਿੱਚੋਂ ਜਿਹੜਾ ਪਦਾਰਥਾਂ ਦਾ ਨਾਸ ਹੋ ਜਾਣਾ, ਇਹਨੂੰ ਕਹਿੰਦਾ ਪਦਾਰਥਾ ਭਾਵਨੀ। ਜਿਹੜੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਹੈ ਨਾ ਘਰਾਂ ਵਿੱਚ ਪਏ ਹੋਏ, ਇਹਦਾ ਜਿਹੜਾ ਭਾਵ ਹੋਣਾ ਵੀ ਮੈਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ, ਇਹ ਪਦਾਰਥਾਂ ਦਾ ਅਭਾਵ ਕਹੀਏ ਜਿਹੜਾ ਅਭਾਵ ਹੋ ਜਾਣਾ, ਭਾਵ ਨਾਸ ਹੋ ਜਾਣਾ, ਇਹਨੂੰ ਕਹਿੰਦਾ ਪਦਾਰਥਾ ਭਾਵਨੀ। ਇਹ ਛੇਵੀਂ ਭੂਮਿਕਾ ਹੈ ਗਿਆਨ ਦੀ। ਦੋਹਰਾ ਤੁਰੀਆ ਸਪਤਮ ਭੂਮਿਕਾ। ਫਿਰ ਸਪਤਮ ਕਹੀਏ ਜਿਹੜੀ ਸੱਤਵੀਂ ਭੂਮਿਕਾ ਮੰਜ਼ਿਲ ਪੌੜੀ ਆ ਗਿਆਨ ਦੀ, ਇਹ ਸਿੱਖ ਉਹਦਾ ਨਾਮ ਹੈ ਤੁਰੀਆ ਅਵਸਥਾ। ਇਹ ਤੁਰੀਆ ਅਵਸਥਾ ਹੈ ਸੱਤਵੀਂ ਭੂਮਿਕਾ ਗਿਆਨ ਦੀ, ਜਿੱਥੇ ਸਾਰੇ ਤਿੰਨੇ ਗੁਣ ਵੀ ਨਾਸ ਹੋ ਜਾਂਦੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਕੋਈ ਫੁਰਨਾ ਨਹੀਂ ਹੁੰਦਾ, ਉਹਨੂੰ ਤੁਰੀਆ ਅਵਸਥਾ ਕਹੀਦਾ। ਇਹ ਸਿੱਖ ਇਹ ਨਿਰਧਾਰ, ਇਹ ਸਿੱਖ ਇਹ ਨਿਰਧਾਰ, ਇਹ ਸੱਤ ਗਿਆਨ ਦੀਆਂ ਜਿਹੜੀਆਂ ਭੂਮਿਕਾ ਨੂੰ ਤੂੰ ਨਿਰਧਾਰ ਨਿਸ਼ਚੇ ਕਰਕੇ
ਨਿਰਣੇ ਸਹਿਤ। ਨਿਰਧਾਰ ਦਾ ਅਰਥ ਹੁੰਦਾ ਨਿਰਣੇ ਸਹਿਤ ਤੇ ਨਿਸ਼ਚੇ ਸਹਿਤ। ਨਿਸ਼ਚੇ ਸਹਿਤ, ਨਿਰਣੇ ਸਹਿਤ, ਧਾਰ ਕਹੀਏ ਧਾਰਨਾ ਕਰ। ਵੀ ਆਹ ਗਿਆਨ ਦੀਆਂ 7 ਭੂਮਿਕਾ, ਇਹਨਾਂ ਦੇ ਨਾਮ ਯਾਦ ਰੱਖ। ਜੋ ਕਛ ਅਬ ਸੰਸੇ ਕਰੋ, ਇਹਦਾ ਯਹੀਆ ਪਾਠ ਪੂਰਾ ਹੀ ਹੈ ਤੇ ਬਣ ਜੂਗਾ ਸੰਸੈ। ਸਾਸੇ ਦਲਾਵਾਂ ਜੋ ਕਛ ਅਬ ਸੰਸੇ ਕਰੋ। ਅਬ ਕਹੀਏ ਹੁਣ, ਜੋ ਕਹੀਏ ਜਿਹੜਾ। ਹੁਣ ਜਿਹੜਾ ਵੀ, ਕਛ ਕਹੀਏ ਕੁਝ ਤੂੰ, ਸੰਸੇ ਕਹੀਏ ਸੰਸਾ ਜਾਂ ਪ੍ਰਸ਼ਨ ਜਾਂ ਸ਼ੰਕਾ। ਕਰੋ ਕਰੇਗਾ, ਕਰੋ ਦਾ ਅਰਥ ਕਰੇਗਾ। ਵਰਣੋ ਸੋ ਪ੍ਰਕਾਰ, ਸੋ ਪ੍ਰਕਾਰ, ਉਸੇ ਪ੍ਰਕਾਰ, ਉਸੇ ਤਰ੍ਹਾਂ ਨਾਲ ਹੀ ਇਹ ਸਿੱਖ ਮੈਂ ਤੇਰਾ ਜੋ ਗੁਰੂ ਹਾਂ, ਤੈਨੂੰ ਦੱਸਣ ਵਾਸਤੇ ਵਰਣੋ ਕਹੀਏ ਵਰਣਨ, ਕਥਨ ਕਰਕੇ। ਵਰਣ ਦਾ ਅਰਥ ਹੁੰਦਾ ਵਰਣਨ ਜਾਂ ਕਥਨ। ਵਰਣਨ ਕਰਕੇ, ਕਥਨ ਕਰਕੇ ਉੱਤਰ ਦੇਵਾਂਗਾ। ਜਿਵੇਂ ਜੇ ਤੂੰ ਸੰਸਾ ਕਰੇਗਾ ਨਾ, ਜਿਹੜਾ ਵੀ ਸੰਸਾ ਕਰੇਗਾ ਉਹਦਾ ਨਿਰਣੇ ਪੂਰਵਕ ਯਥਾਰਥ ਮੈਂ ਤੈਨੂੰ ਉੱਤਰ ਕਥਨ ਕਰਕੇ ਨਿਰਣੇ ਸਹਿਤ ਦੇਵਾਂਗਾ। ਇਸ ਕਰਕੇ ਤੂੰ ਆਪਣਾ ਪ੍ਰਸ਼ਨ ਕਰ। ਅੱਗੋਂ ਸਿੱਖ ਬੇਨਤੀ ਕਰੇਗਾ, ਉਹ ਆਪਾਂ ਹੁਣ ਕੱਲ ਜਿਹੜਾ ਗਿਆਨ ਦੀਆਂ ਭੂਮਿਕਾ ਦੀ ਜਿਹੜੀ ਵਿਸਥਾਰ ਉਹ ਸ਼ੁਰੂ ਹੋਣਾ, ਇਸ ਕਰਕੇ ਉਹ ਆਪਾਂ ਕੱਲ ਹੀ ਜਿਹੜਾ ਪੜਾਂਗੇ। ਇੱਥੇ ਅੱਜ ਆਪਾਂ ਗਿਆਨ ਦੀਆਂ ਜਿਹੜੀਆਂ ਭੂਮਿਕਾ ਦੇ ਨਾਮ ਉਹ ਪੜ੍ਹ ਲਏ ਅੱਜ। ਜਿਵੇਂ ਸਿੱਖ ਨੇ ਆਪਣੀ ਬੁੱਧੀ ਮਤ ਦੱਸੀ, ਚਿੱਤ ਦੱਸਿਆ, ਮੈਨੂੰ ਕਿਵੇਂ ਸਮਝ ਪੈ ਸਕਦੀ, ਮੈਨੂੰ ਤੇ ਸਮਝ ਕੋਈ ਨਹੀਂ ਪੈਂਦੀ, ਉਹ ਵੀ ਗੱਲ ਦੱਸੀ ਆ। ਤੇ ਸੰਤਾਂ ਦੀ ਮਹਿਮਾ ਜਣਾਉਂਦਿਆਂ ਜਿਹੜੇ ਗਿਆਨ ਦੀਆਂ 7 ਭੂਮਿਕਾ ਦਾ ਗੁਰੂ ਨੇ ਬਚਨ ਕੀਤਾ, ਸਿੱਖ ਸੁਣ ਕੇ ਫਿਰ ਗਿਆਨ ਦੀਆਂ ਭੂਮਿਕਾ ਬਾਰੇ ਪੁੱਛਦਾ ਤੇ ਉਸ ਗੁਰੂ ਨੇ 7 ਭੂਮਿਕਾ ਦੇ ਨਾਮ ਦੱਸੇ ਆ। ਅੱਗੋਂ ਸਿੱਖ ਪ੍ਰਸ਼ਨ ਕਰੇਗਾ ਵੀ ਮਹਾਰਾਜ ਮੈਨੂੰ ਵਿਸਥਾਰ ਨਾਲ ਇਹਦਾ ਦੱਸੋ, ਨਿਚੋੜ ਦੱਸੋ। ਫਿਰ ਗੁਰੂ ਜੀ ਦੱਸਣਗੇ, ਉਹ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਹੀ ਜਿਹੜੀ ਹੈ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ। ਤੁਰਿਆ ਸਵਤਮ ਭੂਮਿਕਾ ਹੈ ਸਿੱਖ ਇਹ ਨਿਰਧਾਰ, ਜੋ ਕਛ ਅਬ ਸੰਸੇ ਕਰੋ, ਵਰਣੋ ਸੋ ਪ੍ਰਕਾਰ। ਇਹ ਸੰਸੇ ਦਾ ਜਿਹੜਾ ਜਈਆ ਨਾ, ਇਹ ਪੂਰਾ ਤੇ ਪੂਰੇ ਹੋਣੇ ਕਰਕੇ ਸੱਸੇ ਨੂੰ ਦਲਾਵਾਂ ਜਾਣਗੀਆਂ। ਸੰਸੈ ਪਾਠ ਕਰਨਾ, ਸੰਸੇ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।